Good morning, students. Today we will do last topic of your cost accounting topic, productivity. So last topic is National Productivity Council (NPC). National Productivity Council was established in India in 1958 with its headquarters at New Delhi. ਤਾਂ ਜੋ ਨੈਸ਼ਨਲ ਪ੍ਰੋਡਕਟਿਵਿਟੀ ਕਾਉਂਸਲ ਹੈ ਇਹ ਕਦੋਂ ਸਟੈਬਲਿਸ਼ ਹੋਈ 1958 ਦੇ ਵਿੱਚ, ਜਿਸ ਦਾ ਹੈਡਕੁਆਟਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ। ਇਟ ਇਜ਼ ਐਨ ਆਟੋਨੋਮਸ ਆਰਗੇਨਾਈਜੇਸ਼ਨ ਰਜਿਸਟਰਡ ਐਜ਼ ਅ ਸੋਸਾਇਟੀ। ਹੁਣ ਆਟੋਨੋਮਸ ਆਰਗੇਨਾਈਜੇਸ਼ਨਸ ਕਿਹੜੀਆਂ ਹੁੰਦੀਆਂ ਨੇ? ਇੱਕ ਹੁੰਦੇ ਨੇ ਸਟੈਟੂਟਰੀ ਆਰਗੇਨਾਈਜੇਸ਼ਨਸ ਤੇ ਇੱਕ ਹੁੰਦੇ ਨੇ ਆਟੋਨੋਮਸ। ਸਟੈਟੂਟਰੀ ਆਰਗੇਨਾਈਜੇਸ਼ਨਸ ਕਿਹੜੀਆਂ ਹੁੰਦੀਆਂ ਨੇ? ਜੋ ਪਾਰਲੀਮੈਂਟ ਦੇ ਕਿਸੇ ਨਾ ਕਿਸੇ ਐਕਟ ਦੇ ਅੰਡਰ ਆਉਂਦੀਆਂ ਨੇ। ਪਾਰਲੀਮੈਂਟ ਦੇ ਐਕਟ ਲਾਈਕ ਆਪਾਂ ਨੂੰ ਪਤਾ ਵੀ ਦੇਖੋ ਆਪਣੇ ਕਿੰਨੇ ਸਾਰੇ ਐਕਟਸ ਨੇ। ਆਰਟੀ ਐਕਟ ਹੋ ਗਿਆ, ਆਈਟੀ ਐਕਟ ਹੋ ਗਿਆ, ਐਲਐਲਪੀ ਐਕਟ ਹੋ ਗਿਆ, ਕੰਪਨੀਜ਼ ਐਕਟ ਹੋ ਗਿਆ, ਪਾਰਟਨਰਸ਼ਿਪ ਐਕਟ ਹੈ ਨਾ। ਇਹ ਸਾਰੇ ਕੀ ਨੇ? ਇੱਕ ਸਟੈਟੂਟਰੀ ਆਰਗੇਨਾਈਜੇਸ਼ਨਸ ਨੇ। ਕਿਉਂ ਕਹੋਗੇ? ਪਹਿਲਾਂ ਇਹਨਾਂ ਦੇ ਬਣਨ ਦੇ ਲਈ ਪਹਿਲਾਂ ਜਿਵੇਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ, ਫਿਰ ਰਾਜ ਸਭਾ ਦੇ ਵਿੱਚ ਹੋਇਆ, ਫਿਰ ਪ੍ਰੈਜ਼ੀਡੈਂਟ ਦੀ ਕੀ ਮਿਲੀ? ਅਸੈਂਟ ਮਿਲੀ, ਫਿਰ ਆਫੀਸ਼ੀਅਲ ਗਜ਼ਟ ਦੇ ਵਿੱਚ ਇਹਨਾਂ ਨੂੰ ਨੋਟੀਫਾਈ ਕੀਤਾ। ਬਟ ਜੋ ਆਟੋਨੋਮਸ ਬੋਡੀਜ਼ ਹੁੰਦੇ ਨੇ ਉਹ ਪਾਰਲੀਮੈਂਟ ਦੇ ਕਿਸੇ ਨਾ ਕਿਸੇ ਐਕਟ ਦੇ ਅੰਡਰ ਨਹੀਂ ਆਉਂਦੀਆਂ। ਇਹ ਸਿਰਫ ਕੀ ਹੁੰਦੇ ਨੇਗੀਆਂ? ਆਪਣੇ ਆਪ ਬਣੀਆਂ ਹੋਈਆਂ ਬੋਡੀਜ਼। ਤਾਂ ਐਨਪੀਸੀ ਵੀ ਇੱਕ ਕੀ ਹੈ? ਆਟੋਨੋਮਸ है, ना कि कोई स्टैट्यूटरी बॉडी है। इट इज़ ट्राईपेटाइट इन इट्स कॉन्स्टिट्यूशन एंड रिप्रेजेंटेटिव्स ऑफ गवर्नमेंट एम्प्लॉयज़ एंड वर्कर्स एंड वेरियस प्रोफैशनल बॉडीज़ पार्टिसिपेट इन इट्स वर्किंग। तो सारे इंप्लॉयज़ भी, वर्कर्स भी तो गवर्नमेंट भी की करती है, इस पार्टिसिपेट करती है। National Productivity Council, it operates through 9 regional directorates located at Ahmedabad, Bangalore, Bombay, Calcutta, Chandigarh, Delhi, Guwahati, Kanpur, Madras। ਤਾਂ ਇਹ ਸਾਰੇ ਇਸਦੇ ਕੀ ਨੇ? ਇੱਕ ਤਰ੍ਹਾਂ ਦੇ ਹੈੱਡਕੁਆਰਟਰਸ ਜਾਂ ਇਸ ਦੀਆਂ ਕੀ ਨੇ? ਬ੍ਰਾਂਚਸ ਨੇ ਐਨਪੀਸੀ ਦੀਆਂ। ਹੁਣ ਐਨਪੀਸੀ ਬਣੀ ਕਿਉਂ? ਇਸ ਦਾ ਮੇਨ ਆਬਜੈਕਟਿਵ ਕੀ ਸੀ? It is to stimulate productivity, consciousness in the country and to provide productivity services with the view to maximize the utilization of available resources of man, machine and material। ਤਾਂ ਇਸ ਦਾ ਮੇਨ ਮੋਟਿਵ ਸੀ ਜਿਹੜਾ ਐਨਪੀਸੀ ਦਾ, ਉਹ ਕੀ ਸੀ? ਕਿ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ ਮੈਨ, ਮਸ਼ੀਨ ਤੇ ਮਟੀਰੀਅਲ ਦਾ, ਵੇਸਟੇਜ ਜਿਹੜੀ ਉਹ ਘੱਟ ਤੋਂ ਘੱਟ ਹੋਵੇ। For achieving these objectives, NPC collects and disseminate information about the concept and techniques of media of productivity through various publications including periodicals and audio visual film, radio and exhibitions। ਤਾਂ NPC ਨੇ ਕੀ ਕਰਨਾ ਸਟਾਰਟ ਕਰ ਦਿੱਤਾ ਫਿਰ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਕੀ ਹੋਵੇ? ਯੂਟੀਲਾਈਜੇਸ਼ਨ ਆਫ ਰਿਸੋਰਸ ਜਿਹੜਾ ਉਹ ਐਫੀਸ਼ੀਐਂਟ ਵੇ ਦੇ ਵਿੱਚ ਹੋਵੇ। ਉਸ ਚੀਜ਼ ਲਈ ਨੇ ਕੀ ਕੀਤੇ? ਪੀਰੀਓਡਿਕਲ ਜਰਨਲਸ ਤੋਂ ਡਾਟਾ ਕਲੈਕਟ ਕਰਨਾ ਸਟਾਰਟ ਕਰਤਾ, ਫਿਲਮਸ ਦੇ ਥਰੂ, ਰੇਡੀਓਜ਼ ਦੇ ਥਰੂ, ਜਾਂ ਫਿਰ ਇਹਨੇ ਕੀ ਕਰਤਾ? ਉਹਨਾਂ ਨੂੰ ਐਗਜ਼ੀਬਿਸ਼ਨ ਵਗੈਰਾ ਲਗਾਉਣ ਦੇ ਲਈ ਹੈ ਨਾ, ਫੈਕਟਰੀਜ਼ ਨੂੰ ਜਾਂ ਆਰਗੇਨਾਈਜੇਸ਼ਨਸ ਨੂੰ ਅਲਾਉ ਕਰਤਾ। It organizes and conducts seminars, training programs for various levels of management। seminars वगैरह conduct करवाए NPC ने industries से। It offers consultancy service to industrial units and departments of government and service organizations for demonstrating the validity and value of productivity। demonstrating ਕੀ ਹੁੰਦਾ? demonstrating ਉਹ ਹੁੰਦਾ ਹੈ ਵੀ ਜਦੋਂ ਆਪਾਂ ਕੀ ਕਹਿ ਸਕਦਾ ਵੀ ਓਰੀਜਨਲ ਵਰਕ ਹੈ ਜਿਹੜਾ ਰੀਅਲ ਵਰਕ ਹੈ ਉਸ ਦੇ ਨਾਲ ਦਾ ਹੀ ਬਿਲਕੁਲ ਹੀ ਡੁਪਲੀਕੇਟ ਇਨਵਾਇਰਮੈਂਟ ਕ੍ਰੀਏਟ ਕਰਕੇ ਆਪਾਂ ਕੀ ਕਰਦੇ ਹਾਂ? ਡੈਮੋ ਲੈਂਦੇ ਹਾਂ ਕਿਸ ਚੀਜ਼ ਦਾ। ਉਹ ਕੀ ਹੈ? ਡੈਮੋਸਟ੍ਰੇਟ ਕਰਨਾ। ਠੀਕ ਹੈ, ਟੈਕਨੋਲੋਜੀਕਲ ਇਕਵਿਪਮੈਂਟਸ ਦੀ ਨੌਲੇਜ ਪ੍ਰੋਵਾਈਡ ਕਰਨਾ। ਨੈਕਸਟ ਕੀ ਹੈ? ਬੈਨੀਫਿਟਸ ਫਰੋਮ ਇਨਕਰੀਜ਼ਡ ਪ੍ਰੋਡਕਟੀਵਿਟੀ। ਤਾਂ ਇਸ ਦਾ ਬੈਨੀਫਿਟਸ ਕੀ ਨੇ? ਜੋ ਤੁਹਾਡੀ ਪ੍ਰੋਡਕਟਿਵਿਟੀ ਜਿਹੜੀ ਉਹ ਹਾਇਰ ਹੋ ਜੂਗੀ। ਠੀਕ ਹੈ, ਜੇ ਐਨਪੀਸੀ ਪ੍ਰੋਪਰ ਸੈਮੀਨਾਰਸ ਵਗੈਰਾ ਕੰਡਕਟ ਕਰਵਾ ਰਹੀ ਹੈ ਤਾਂ ਇਸ ਦਾ ਬੈਨੀਫਿਟ ਕੀ ਹੈ? ਹਾਇਰ ਇਜ਼ ਦਾ ਪ੍ਰੋਡਕਟਿਵਿਟੀ, ਲੋਅਰ ਇਜ਼ ਦਾ ਕੋਸਟ। ਕਿਉਂਕਿ ਜਿੰਨੀ ਜ਼ਿਆਦਾ ਪ੍ਰੋਡਕਟਿਵਿਟੀ ਹੋਏਗੀ ਉਨੀ ਜ਼ਿਆਦਾ ਕੋਸਟ ਜਿਹੜੀ ਉਹ ਤੁਹਾਡੀ ਘੱਟ ਹੋਏਗੀ। ਕਿਉਂਕਿ ਤੁਹਾਡੀ ਵੋਲੀਅਮ ਆਫ ਜਿਹੜੀ ਪ੍ਰੋਡਕਸ਼ਨ ਉਹ ਇਨਕਰੀਜ਼ ਹੋ ਗਈ। ਹੁਣ ਤੁਹਾਨੂੰ ਇੱਕ ਚੀਜ਼ ਹੈ ਜਿਹੜੀ ਨਾ ਉਹ ਕਲੀਅਰ ਹੋਣੀ ਚਾਹੀਦੀ ਹੈ ਕਿ ਜਦੋਂ ਤੁਹਾਡੀ ਪ੍ਰੋਡਕਟੀਵਿਟੀ ਹੈ ਜਿਹੜੀ, ਜਦੋਂ ਤੁਹਾਡਾ ਵੋਲੀਅਮ ਆਫ ਆਊਟਪੁੱਟ ਜਾਂ ਫਿਰ ਪ੍ਰੋਡਕਸ਼ਨ ਜਿਹੜੀ ਤੁਹਾਡੀ ਉਹ ਇਨਕਰੀਜ਼ ਹੁੰਦੀ ਹੈ ਤਾਂ ਤੁਹਾਡੀ ਜਿਹੜੀ ਵੇਰੀਏਬਲ ਕਾਸਟ ਉਹ ਵੀ ਇਨਕਰੀਜ਼ ਹੁੰਦੀ ਹੈ। ਵੇਰੀਏਬਲ ਕਾਸਟ ਇਨਕਰੀਜ਼ ਹੁੰਦੀ ਹੈ ਬਟ ਵੇਰੀਏਬਲ ਕਾਸਟ ਪਰ ਯੂਨਿਟ ਪਲੱਸ ਸੈਲਿੰਗ ਪ੍ਰਾਈਸ ਪਰ ਯੂਨਿਟ ਹੈ ਉਹ ਹਮੇਸ਼ਾ ਕੀ ਹੁੰਦਾ ਡਿਕਰੀਜ਼ ਹੁੰਦਾ ਹੈ। ਕਿਵੇਂ? ਹੁਣ ਤੁਸੀਂ ਮੰਨ ਲਓ 1 ਲੱਖ ਯੂਨਿਟਸ ਪ੍ਰੋਡਿਊਸ ਕਰ ਰਹੀ ਸੀ, ਤੁਹਾਡੀ ਵੇਰੀਏਬਲ ਕਾਸਟ ਆ ਰਹੀ ਸੀ ਮੰਨ ਲਓ 5000 ਰੁਪੀਜ਼ ਦੀ। ਫਿਰ ਤੁਸੀਂ 1,20,000 ਯੂਨਿਟਸ ਪ੍ਰੋਡਿਊਸ ਕਰਨ ਲੱਗੇ ਤਾਂ ਤੁਹਾਡੀ ਵੇਰੀਏਬਲ ਕਾਸਟ ਕੀ ਹੋਣ ਲੱਗ ਗਈ? 5 to 6,000 ਹੋ ਗਈ। ਬਟ ਜਦੋਂ ਤੁਸੀਂ ਪਰ ਯੂਨਿਟ ਕੈਲਕੂਲੇਟ ਕਰੋਗੇ ਫਿਰ ਉਹ ਹਮੇਸ਼ਾ ਕੀ ਹੋ ਜਾਂਦੀ ਹੈ? ਡਿਕਰੀਜ਼ ਹੁੰਦੀ ਹੈ। ਇਸ ਦਾ ਰੀਜ਼ਨ ਕੀ ਹੈ? ਰੀਜ਼ਨ ਇਹਦਾ ਇਹ ਹੈ ਕਿ ਜਿਹੜੀ ਤੁਹਾਡੀ ਫਿਕਸ ਕਾਸਟ ਹੈ ਉਹ ਤਾਂ ਤੁਹਾਡੀ ਕੀ ਰਹਿੰਦੀ ਹੈ? ਕਾਂਸਟੈਂਟ ਰਹਿੰਦੀ ਹੈ। ਜਦੋਂ ਤੁਸੀਂ 1 ਲੱਖ ਵੋਲੀਅਮ ਆਫ ਆਊਟਪੁੱਟ ਬਣਾ ਰਹੇ ਸੀ ਤੁਹਾਡੀ ਫਿਕਸ ਕਾਸਟ ਨੇ ਉਦੋਂ ਵੀ ਇੰਨਾ ਹੀ ਲੱਗਣਾ ਸੀ, ਜਦੋਂ ਤੁਸੀਂ 120 ਤੇ ਆ ਗਏ ਫਿਰ ਵੀ ਉਨਾ ਹੀ ਲੱਗਣਾ। ਇਹੀ ਇੱਕ ਰੀਜ਼ਨ ਹੈ ਵੀ ਤੁਹਾਡੀ ਵੇਰੀਏਬਲ ਕਾਸਟ ਜਿਹੜੀ ਉਹ ਪਰ ਯੂਨਿਟ ਉਹ ਕਾਂਸਟੈਂਟ ਰਹਿੰਦੀ ਹੈ। ਸੋ ਆਪਾਂ ਕਹਿ ਸਕਦੇ ਹਾਂ ਵੀ ਜਿੰਨੀ ਜ਼ਿਆਦਾ ਤੁਹਾਡੀ ਪ੍ਰੋਡਕਟੀਵਿਟੀ ਉਨੀ ਜ਼ਿਆਦਾ ਤੁਹਾਡੀ ਵੇਰੀਏਬਲ ਕਾਸਟ ਪਰ ਯੂਨਿਟ ਹੈ ਉਹ ਲੋਅਰ ਹੈ।
ਲੋਅਰ ਕਾਸਟ ਇਨਕਰੀਜ਼ਸ ਸੇਲਸ ਐਂਡ ਪ੍ਰੋਫਿਟ, ਤੁਹਾਡੀ ਕਾਸਟ ਘੱਟ ਗਈ, ਤੁਹਾਡੀ ਸੇਲਸ ਤੇ ਪ੍ਰੋਫਿਟਸ ਆਪਣੇ ਆਪ ਵੱਧ ਜਾਂਦੇ ਨੇ। ਹਾਇਰ ਪ੍ਰੋਫਿਟ ਪ੍ਰੋਵਾਈਡ ਇਨਸੈਂਟਿਵਸ ਫਾਰ ਐਕਸਪੈਂਸ਼ਨ ਫਾਰ ਦ ਅੰਡਰਟੇਕਿੰਗ, ਜੇ ਤੁਹਾਡੇ ਪ੍ਰੋਫਿਟ ਚੱਲ ਰਹੇ ਤਾਂ ਤੁਹਾਡੇ ਕੀ ਹੋਣਗੇ, ਇਨਸੈਂਟਿਵ ਤੁਸੀਂ ਜ਼ਿਆਦਾ ਦੋਗੇ ਇੰਪਲਾਈਜ਼ ਨੂੰ, ਠੀਕ ਹੈ। ਲਾਰਜ ਅਮਾਊਂਟ ਆਫ ਪ੍ਰੋਫਿਟ ਸਾਡੇ ਕੋਲ ਤਾਂ ਤੁਸੀਂ ਇਨਸੈਂਟਿਵ ਦੀ ਫਾਰਮ ਦੇ ਵਿੱਚ ਜਾਂ ਬੋਨਸ ਦੀ ਫਾਰਮ ਦੇ ਵਿੱਚ ਡਿਸਟਰੀਬਿਊਟ ਕਰ ਦੋਗੇ ਇਸ ਚੀਜ਼ ਨੂੰ। ਨੈਕਸਟ ਕੀ ਹੈ, ਹਾਇਰ ਪ੍ਰੋਡਕਟੀਵਿਟੀ ਰਿਡਿਊਸ ਕਾਸਟ ਆਫ ਪ੍ਰੋਡਕਸ਼ਨ ਐਂਡ ਇੰਪਰੂਵ ਦਾ ਕੁਆਲਿਟੀ ਆਫ ਗੁਡਸ ਐਟ ਲੋਅਰ ਰੇਟਸ ਟੂ ਕਸਟਮਰਸ। ਪ੍ਰੋਡਕਟੀਵਿਟੀ ਜਾਂ ਤੁਹਾਡੀ ਕਾਸਟ ਘੱਟ ਗਈ, ਫਿਰ ਤੁਸੀਂ ਆਪਣੇ ਆਪ ਕੀ ਕਰੋਗੇ, ਆਪਣੇ ਵਰਕਰਸ ਨੂੰ, ਆਪਣੇ ਇੰਪਲਾਈਜ਼ ਨੂੰ ਵਧੀਆ ਫੈਸਿਲਿਟੀਜ਼ ਪ੍ਰੋਵਾਈਡ ਕਰਨ ਲੱਗ ਜਾਂਦੇ ਹੋ। ਸੋ ਹਾਇਰ ਪ੍ਰੋਡਕਟੀਵਿਟੀ ਇਨਕਰੀਜ਼ਸ ਪਰ ਕੈਪੀਟਾ ਇਨਕਮ, ਜਦੋਂ ਵਰਕਰਸ ਨੂੰ ਵਧੀਆ ਪੇ ਸਕੇਲ ਮਿਲ ਰਿਹਾ ਤਾਂ ਉਹਨਾਂ ਦੀ ਪਰ ਕੈਪੀਟਲ ਇਨਕਰੀਜ਼ ਹੋਏਗੀ, ਤਾਂ ਪਰ ਕੈਪੀਟਲ ਇਨਕਰੀਜ਼ ਹੋਣਾ ਤੁਹਾਡੀ ਕੀ ਹੋਏਗੀ, ਨੈਸ਼ਨਲ ਇਨਕਮ ਵੀ ਇਨਕਰੀਜ਼ ਹੋਏਗੀ। ਤਾਂ ਆਪਾਂ ਕੀ ਕਹਿ ਸਕਦੇ ਹਾਂ ਵੀ ਹਾਇਰ ਪ੍ਰੋਡਕਟੀਵਿਟੀ ਇਨਸ਼ੋਰਸ ਓਵਰਆਲ ਪ੍ਰੋਸਪੈਰਿਟੀ। ਓਵਰਆਲ ਪ੍ਰੋਸਪੈਰਿਟੀ ਜਿਹੜੀ ਉਹ ਕਿਸ 'ਤੇ ਡਿਪੈਂਡ ਕਰਦੀ ਹੈ, ਹਾਇਰ ਪ੍ਰੋਡਕਟੀਵਿਟੀ 'ਤੇ, ਕਿਉਂਕਿ ਪਰ ਕੈਪੀਟਲ ਇਨਕਮ 'ਤੇ ਹੀ ਡਿਪੈਂਡ ਹੈ ਆਪਣੀ ਨੈਸ਼ਨਲ ਇਨਕਮ। ਨੈਸ਼ਨਲ ਇਨਕਮ 'ਤੇ ਕੀ ਡਿਪੈਂਡ ਹੈ, ਆਪਣੀ ਓਵਰਆਲ ਇਕੋਨਮੀ। ਤਾਂ ਇਹ ਤੁਹਾਡਾ ਟੌਪਿਕ ਸੀ ਪ੍ਰੋਡਕਟੀਵਿਟੀ। ਥੈਂਕ ਯੂ।